ਕਨਸੈਪਟਸ क्लास 12वीं ਦੀ बुक स्टडी बारे पढ़ांगे। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਆਉਂਦਾ ਉਹ ਹੈਗਾ ਵਾਟ ਇਜ਼ ਨੈਟਵਰਕ। ਨੈਟਵਰਕ ਕੀ ਚੀਜ਼ ਆ। ਜਦੋਂ ਅਸੀਂ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਨੂੰ ਆਪਸ ਦੇ ਵਿੱਚ ਇੰਟਰਕਨੈਕਟ ਕਰਦੇ ਯਾਨੀ ਕਿ ਜੋੜਦੇ ਹਾਂ ਫਿਜ਼ੀਕਲੀ ਅਤੇ ਲੌਜੀਕਲੀ ਤਾਂ ਉਸ ਨੂੰ ਇੱਕ ਨੈਟਵਰਕ ਕਹਿੰਦੇ ਨੇ। ਇਸ ਦੇ ਵਿੱਚ ਜਿਹੜੀ ਹੈਗੀ ਆ ਇਨਫੋਰਮੇਸ਼ਨ ਜਿਹੜੀ ਹੈਗੀ ਆ ਐਕਸਚੇਂਜ ਹੁੰਦੀ ਆ। ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਕੀ ਹੋਏਗੀ, ਐਕਸਚੇਂਜ ਹੋਏਗੀ। ਹੁਣ ਇਹ ਦੇਖਦੇ ਹਾਂ ਵੀ ਸਾਨੂੰ ਨੈਟਵਰਕਿੰਗ ਦੀ ਲੋੜ ਕਿਉਂ ਪਈ। ਇਹ ਇੱਕ ਮੇਨ ਕੁਐਸਚਨ ਬਣਦਾ। ਸਭ ਤੋਂ ਪਹਿਲਾ ਆਨਸਰ ਹੈਗਾ ਟੂ ਸ਼ੇਅਰ ਦਾ ਕੰਪਿਊਟਰ ਫਾਈਲਸ, ਕਿ ਜਿਹੜਾ ਡਾਟਾ ਹੈਗਾ ਉਹਨੂੰ ਅਸੀਂ ਸ਼ੇਅਰ ਕਰ ਸਕੀਏ। ਉਦਾਹਰਣ ਦੇ ਤੌਰ ਦੇ ਉੱਤੇ ਈਮੇਲ ਹੈ ਕਿ ਉਹ ਵੀ ਇੱਕ ਫਾਈਲਾਂ ਜਿਹੜੀ ਹੈਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਸੀਂ ਭੇਜ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ। ਕੰਪਿਊਟਰ ਪੈਰੀਫਿਰਲਸ ਕਿ ਜਿਹੜੇ ਡਿਵਾਈਸ ਲੱਗੇ ਹੋਏ ਨੇ, ਕੋਸਟਲੀ ਡਿਵਾਈਸ ਨੇ, ਜਿੱਦਾਂ ਪ੍ਰਿੰਟਰ ਹੋ ਗਿਆ ਅਤੇ ਹਾਰਡ ਡਿਸਕ ਹੋ ਗਿਆ, ਉਹਨੂੰ ਅਸੀਂ ਸ਼ੇਅਰ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਇੱਕ ਪ੍ਰਿੰਟਰ ਜਿਹੜਾ ਹੈਗਾ 10 ਹੋਰ ਕੰਪਿਊਟਰਾਂ ਦੇ ਨਾਲ ਅਸੀਂ ਸ਼ੇਅਰ ਕਰ ਲਾਂਗੇ। ਉਸ ਤੋਂ ਬਾਅਦ ਹੈਗਾ ਕੰਪਿਊਟਰ ਨੂੰ ਆਪਸ ਦੇ ਵਿੱਚ ਕਮਿਊਨੀਕੇਟ ਕਰਨਾ, ਕਿ ਜਿਹੜੇ ਇਨਫੋਰਮੇਸ਼ਨ ਹੈਗੀ ਆ ਇੱਕ ਦੂਸਰੇ ਨਾਲ ਉਹ ਐਕਸਚੇਂਜ ਕਰ ਸਕਣ। ਉਸ ਤੋਂ ਇਲਾਵਾ ਜਿੱਦਾਂ ਵਿੰਡੋ ਸਿਸਟਮਸ ਹੈਗੇ ਨੇ, ਵਿੰਡੋ ਆਪਰੇਟਿੰਗ ਸਿਸਟਮ ਹੈਗੇ ਨੇ, ਉਹ ਲਾਈਨਕਸ ਦੇ ਨਾਲ ਕਮਿਊਨੀਕੇਟ ਕਰ ਸਕਣ। ਉਹਨਾਂ ਦੀਆਂ ਫਾਈਲਾਂ ਜਿਹੜੀਆਂ ਡਾਟਾ ਜਿਹੜਾ ਹੈਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਸੀਂ ਐਕਸਚੇਂਜ ਕਰ ਸਕੀਏ। ਸਪੀਡ ਐਂਡ ਐਕੂਰੇਸੀ ਕਿ ਹਾਈ ਸਪੀਡ ਕੰਪਿਊਟਰ ਹੈ, ਹਾਈ ਸਪੀਡ ਤਾਂ ਹੋਏਗਾ ਹੀ ਹੋਏਗਾ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਜਿੱਦਾਂ ਦੀ ਉਦਾਹਰਣ ਸਭ ਤੋਂ ਵੱਡੀ ਉਦਾਹਰਣ ਜਿਹੜੀ ਈਮੇਲ ਹੈ ਕਿ ਜਿੱਦਾਂ ਹੀ ਅਸੀਂ ਸੈਂਡ ਬਟਨ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਨਾਲ ਦੀ ਨਾਲ ਦੂਸਰੇ ਅਕਾਊਂਟ ਦੇ ਵਿੱਚ ਉਹ ਨਾਲ ਦੀ ਨਾਲ ਪਹੁੰਚ ਜਾਂਦੀ ਹੈ। ਉਸ ਤੋਂ ਬਾਅਦ ਡਾਟਾ ਲਾਗਤ ਵਿੱਚ ਕਟੌਤੀ ਜਾਂ ਰਿਡਿਊਸ ਦਾ ਕਾਸਟ ਆਫ ਡਾਟਾ ਟਰਾਂਸਫਰ। ਇਹ ਬਹੁਤ ਸਸਤਾ ਸਾਧਨ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਡਾਟਾ ਨੂੰ ਭੇਜਣ ਦੇ ਲਈ। ਕੁਝ ਟਰਮਸ ਨੇ ਜਿੱਦਾਂ ਕਿ ਨੋਡ ਕੀ ਹੋ ਗਿਆ, ਵਰਕ ਸਟੇਸ਼ਨ ਹੋ ਗਿਆ ਜਿਸ ਦੇ ਉੱਤੇ ਯੂਜ਼ਰ ਕੰਮ ਕਰ ਰਹੇ ਨੇ, ਉਹਨਾਂ ਨੂੰ ਅਸੀਂ ਕਲਾਇੰਟ ਕੰਪਿਊਟਰ ਵੀ ਕਹਿ ਦਿੰਦੇ ਹਾਂ। ਸੈਕਿੰਡ ਸਰਵਰ ਦਾ ਕੰਮ ਕਲਾਇੰਟ ਕੰਪਿਊਟਰ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨਾ ਹੁੰਦਾ। ਸਰਵਰ ਮੇਨ ਕੰਪਿਊਟਰ ਹੁੰਦਾ ਜਿੱਥੇ ਸਾਰਾ ਕੁਝ ਸਟੋਰ ਹੁੰਦਾ ਹੈਗਾ। ਨੈਟਵਰਕ ਇੰਟਰਫੇਸ ਯੂਨਿਟ ਇਹ ਉਹ ਡਿਵਾਈਸ ਹੁੰਦਾ ਜਿਸ ਦੇ ਨਾਲ ਜਿਹੜੇ ਕੰਪਿਊਟਰ ਹੈਗੇ ਨੇ ਉਹ ਇੱਕ ਦੂਜੇ ਨਾਲ ਕਨੈਕਟ ਹੁੰਦੇ ਨੇ। ਜਿੱਦਾਂ ਸਰਵਰ ਨੇ ਕਲਾਇੰਟ ਜਾਂ ਵਰਕ ਸਟੇਸ਼ਨ ਨਾਲ ਕਮਿਊਨੀਕੇਟ ਕਰਨਾ, ਉਹ ਥਰੂ ਨੈਟਵਰਕ ਇੰਟਰਫੇਸ ਯੂਨਿਟ ਦੇ ਥਰੂ ਉਹ ਕਮਿਊਨੀਕੇਟ ਕਰੇਗਾ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਕਿੰਨੇ ਤਰ੍ਹਾਂ ਦੀ ਨੈਟਵਰਕਿੰਗ ਹੁੰਦੀ ਹੈ, ਟਾਈਪ ਆਫ ਨੈਟਵਰਕਿੰਗ। ਨੈਟਵਰਕਿੰਗ ਸਾਡੇ ਕੋਲ ਬੇਸਿਕਲੀ 3 ਤਰ੍ਹਾਂ ਦੀ ਆ, ਲੈਨ, ਮੈਨ ਅਤੇ ਵੈਨ। ਲੋਕਲ ਏਰੀਆ ਨੈਟਵਰਕ, ਮੈਟਰੋਪੋਲੀਟਨ ਏਰੀਆ ਨੈਟਵਰਕ ਅਤੇ ਵਾਈਡ ਏਰੀਆ ਨੈਟਵਰਕ। ਜਿਹੜੀ ਸਾਡੇ ਕੋਲ ਲੋਕਲ ਏਰੀਆ ਨੈਟਵਰਕ ਹੈਗੀ ਆ, ਇਹ ਕਿਸੇ ਸਕੂਲ ਦੀ ਬਿਲਡਿੰਗ ਦੇ ਵਿੱਚ ਜਾਂ ਕੁਝ ਕਿਲੋਮੀਟਰ ਤੱਕ ਹੀ ਅਸੀਂ ਇਸ ਨੂੰ ਕਹਿ ਸਕਦੇ ਹਾਂ ਵੀ ਜਿਹੜੇ ਕੁਝ ਕਿਲੋਮੀਟਰ ਦੇ ਵਿੱਚ ਜੇ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੋਏ ਨੇ ਤਾਂ ਅਸੀਂ ਉਹਨੂੰ ਲੈਨ ਕਹਾਂਗੇ। ਪੂਰੇ ਸ਼ਹਿਰ ਦੇ ਅਗਰ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੋਏ ਨੇ ਤਾਂ ਅਸੀਂ ਉਸ ਨੂੰ ਮੈਟਰੋਪੋਲੀਟਨ ਏਰੀਆ ਨੈਟਵਰਕ ਕਹਾਂਗੇ। ਵਾਈਡ ਏਰੀਆ ਨੈਟਵਰਕ ਸਾਰੇ ਸੰਸਾਰ ਦੇ ਜਦੋਂ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਵਾਈਡ ਏਰੀਆ ਨੈਟਵਰਕ ਕਹਿ ਦਿੰਦੇ ਹਾਂ। ਇਹਦਾ ਜਿਹੜਾ ਕੰਪੈਰੀਜ਼ਨ ਆ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਕੰਪੈਰੀਜ਼ਨ ਦੇ ਵਿੱਚ ਜਿਹੜੇ ਮੇਨ ਕੰਪੇਅਰ ਕੀਤਾ ਹੋਇਆ ਉਹ ਕੀਤਾ ਹੋਇਆ ਏਰੀਏ ਦਾ, ਨੈਟਵਰਕ ਦਾ, ਕਮਿਊਨੀਕੇਸ਼ਨ, ਕਾਸਟ, ਬੈਂਡਵਿਡਥ, ਡਿਵਾਈਸਿਸ ਅਤੇ ਐਰਰ ਰੇਟ। ਜ਼ਿਆਦਾਤਰ ਅਸੀਂ ਲੈਨ ਔਰ ਵੈਨ ਦੀ ਵਰਤੋਂ ਅਸੀਂ ਕਰ ਰਹੇ ਹਾਂ। ਵਰਤੋਂ ਮੈਨ ਦੀ ਵੀ ਹੁੰਦੀ ਹੈ ਲੇਕਿਨ ਜ਼ਿਆਦਾਤਰ ਲੋਕਲ ਏਰੀਆ ਨੈਟਵਰਕ ਅਤੇ ਵਾਈਡ ਏਰੀਆ ਨੈਟਵਰਕ ਦੀ ਅਸੀਂ ਡੇਲੀ ਲਾਈਫ ਦੇ ਵਿੱਚ ਵਰਤੋਂ ਕਰ ਰਹੇ ਹਾਂ। ਨੈਕਸਟ ਆ ਗਿਆ ਟਪੋਲੋਜੀ, ਕਿ ਜੀ ਟਪੋਲੋਜੀ ਕੀ ਹੁੰਦੀ ਆ। ਕਿਸੇ ਨੈਟਵਰਕ ਦੇ ਆਕਾਰ ਨੂੰ ਅਸੀਂ ਟਪੋਲੋਜੀ ਕਹਿ ਦਿੰਦੇ ਹਾਂ ਕਿ ਉਸ ਦੇ ਵਿੱਚ ਕੇਬਲਸ ਕੰਪਿਊਟਰ ਆਪਸ ਦੇ ਵਿੱਚ ਕਿਵੇਂ ਜੁੜੇ ਹੋਏ ਨੇ, ਇਹਨਾਂ ਨੂੰ ਅਸੀਂ ਟਪੋਲੋਜੀ ਕਹਿ ਦਿੰਦੇ ਹਾਂ। ਸ਼ੇਪ ਆਫ ਨੈਟਵਰਕ ਇਜ਼ ਕਾਲਡ ਏ
ਕੰਪਿਊਟਰ ਟਪੋਲੋਜੀ। ਇਹਦੇ ਵਿੱਚ ਮੇਨਲੀ ਸਾਡੇ ਸਿਲੇਬਸ ਦੇ ਵਿੱਚ 4 ਟਪੋਲੋਜੀਜ਼ ਨੇ। ਪਹਿਲੀ ਹੈ ਬੱਸ। ਜਿਹੜੀ ਬੱਸ ਟਪੋਲੋਜੀ ਦੀ ਡਾਇਗਰਾਮ ਹੈ ਉਹ ਇਹ ਬਣੀ ਹੋਈ ਹੈ। ਬੱਸ ਟਪੋਲੋਜੀ ਦੇ ਵਿੱਚ ਸਾਰੇ ਕੰਪਿਊਟਰ ਇੱਕ ਮੇਨ ਤਾਰ ਦੇ ਦੁਆਰਾ ਆਪਸ ਦੇ ਵਿੱਚ ਜੁੜੇ ਹੋਏ ਨੇ, ਅਤੇ ਲਾਸਟ ਦੇ ਵਿੱਚ ਇਹ ਜਿਹੜੀ ਚੀਜ਼ ਟਰਮੀਨੇਟਰ ਲੱਗਿਆ ਹੋਇਆ, ਇਹਨੂੰ ਅਸੀਂ 50 ਓਮ ਦੀ ਰਜਿਸਟੈਂਸ ਕਹਿ ਦਿੰਦੇ ਹਾਂ, ਅਤੇ ਇਹ ਅਖੀਰ ਦੇ ਉੱਤੇ ਲੱਗਿਆ ਹੋਏਗਾ। ਇਹਦੀਆਂ ਐਡਵਾਂਟੇਜ ਅਤੇ ਡਿਸਐਡਵਾਂਟੇਜ ਨੇ। ਇਹ ਬਹੁਤ ਸਿੰਪਲ ਹੈ, ਬਹੁਤ ਸੌਖੀ ਹੈ। ਸਿੰਪਲ ਇੱਕ ਤਾਰ ਦੇ ਨਾਲ ਜਿਹੜੇ ਹੈਗੇ ਨੇ ਕੰਪਿਊਟਰ ਜੁੜੇ ਹੋਏ ਨੇ। ਲੇਕਿਨ ਅਗਰ ਇਹ ਤਾਰ ਖਰਾਬ ਹੋ ਜਾਂਦੀ ਹੈ ਤਾਂ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਆ ਉਹ ਸ਼ਟ ਡਾਊਨ ਹੋ ਜਾਏਗਾ। ਟਰਮੀਨੇਟਰ ਜ਼ਰੂਰੀ ਚਾਹੀਦੇ ਨੇ, ਜਿੱਦਾਂ ਇਹ ਅਸੀਂ ਗੱਲ ਕੀਤੀ ਹੈ, ਇਹ ਬੈਕਬੋਨ ਨੇ ਇਸ ਦੀ। ਨੈਕਸਟ ਆ ਗਿਆ ਸਟਾਰ ਟਪੋਲੋਜੀ। ਸਟਾਰ ਟਪੋਲੋਜੀ ਦੇ ਵਿੱਚ ਮੇਨ ਪਾਰਟ ਹੈ ਜਿਹੜਾ ਉਹ ਇਹ ਹੱਬ ਹੈ। ਇਸ ਹੱਬ ਦੇ ਨਾਲ ਸਾਰੇ ਨੋਡਸ ਜਿਹੜੇ ਹੈਗੇ ਨੇ ਉਹ ਜੁੜੇ ਹੁੰਦੇ ਨੇ। ਮੇਨ ਐਡਵਾਂਟੇਜ ਕੀ ਨੇ ਇਹਦੀਆਂ? ਈਜ਼ੀ ਟੂ ਇੰਸਟਾਲ ਅਤੇ ਈਜ਼ੀ ਟੂ ਡਿਟੈਕਟ ਦਾ ਫਾਲਟ ਐਂਡ ਰਿਮੂਵ ਦਾ ਪਾਰਟਸ। ਅਤੇ ਡਿਸਐਡਵਾਂਟੇਜ ਕੀ ਹੋਈਆਂ? ਡਿਸਐਡਵਾਂਟੇਜ ਇਹਦੀ ਮੇਨ ਜਿਹੜੀ ਹੈਗੀ ਹੈ ਕਿ ਜਿਹੜੀ ਕੇਬਲ ਆ ਉਹ ਸਾਨੂੰ ਬਹੁਤ ਜ਼ਿਆਦਾ ਚਾਹੀਦੀ ਹੈ ਇਸ ਕੇਸ ਦੇ ਵਿੱਚ। ਫੋਰ ਐਗਜ਼ਾਮਪਲ, ਇਸ ਦੇ ਲਈ ਵੀ ਜੇ ਹੱਬ ਅਤੇ ਜਿਹੜਾ ਹੈਗਾ ਵਰਕ ਸਟੇਸ਼ਨ ਦਾ ਡਿਸਟੈਂਸ ਹੈ ਉਹ ਸਪੋਜ਼ ਕਰੋ 2 ਮੀਟਰ ਦਾ ਹੈਗਾ, ਤਾਂ 2 ਮੀਟਰ ਇਸ ਲਈ ਚਾਹੀਦੀ ਹੈ, 2 ਮੀਟਰ ਹੀ ਇਸ ਲਈ ਚਾਹੀਦੀ ਹੈ। ਤਾਂ ਜਿਹੜੀ ਕੇਬਲ ਆ ਉਹ ਬਹੁਤ ਜ਼ਿਆਦਾ ਲੱਗੇਗੀ ਸਟਾਰ ਟਪੋਲੋਜੀ ਦੇ ਵਿੱਚ। ਰਿੰਗ ਟਪੋਲੋਜੀ, ਜਦੋਂ ਅਸੀਂ ਜਿਹੜੀ ਬੱਸ ਟਪੋਲੋਜੀ ਆ ਉਸ ਦਾ ਟਰਮੀਨੇਟਰ ਰਿਮੂਵ ਕਰਕੇ ਉਹਨੂੰ ਅਸੀਂ ਜੋੜ ਦਈਏ, ਐਂਡ ਟੂ ਐਂਡ ਜੋੜ ਦਈਏ, ਤਾਂ ਸਾਡੇ ਕੋਲ ਇੱਕ ਰਿੰਗ ਟਪੋਲੋਜੀ ਬਣ ਜਾਂਦੀ ਆ। ਇਹ ਉਸ ਦੀ ਡਾਇਗਰਾਮ ਹੈ। ਦੈਨ ਨੈਕਸਟ ਹੈਗੀ ਆ ਟਰੀ ਟਪੋਲੋਜੀ। ਟਰੀ ਟਪੋਲੋਜੀ ਦੇ ਵਿੱਚ ਇੱਕ ਮੇਨ ਬੱਸ ਟਪੋਲੋਜੀ ਵੀ ਆ ਗਈ, ਅਤੇ ਉਸ ਤੋਂ ਇਲਾਵਾ ਸਟਾਰ ਟਪੋਲੋਜੀ ਵੀ ਸਾਡੇ ਕੋਲ ਯੂਜ਼ ਆਊਟ ਹੋ ਰਹੀ ਆ। ਇਹਦੇ ਵਿੱਚ ਬੱਸ ਐਂਡ ਸਟਾਰ ਟਪੋਲੋਜੀ। ਟਰੀ ਟਪੋਲੋਜੀ ਕੰਬਾਈਨਸ ਅ ਕਰੈਕਟਰਿਸਟਿਕ ਆਫ ਲੀਨੀਅਰ ਬੱਸ ਐਂਡ ਸਟਾਰ ਟਪੋਲੋਜੀਸ। ਇਹਦੀਆਂ ਮੇਨ ਐਡਵਾਂਟੇਜ ਕੀ ਨੇ? ਪੁਆਇੰਟ ਟੂ ਪੁਆਇੰਟ ਵਾਇਰਿੰਗ ਫॉर ਇੰਡੀਵਿਜੂਅਲ ਸੈਗਮੈਂਟਸ, ਅਤੇ ਉਸ ਤੋਂ ਬਾਅਦ ਡਿਸਐਡਵਾਂਟੇਜ ਜਿਹੜੀ ਹੈਗੀ ਆ ਉਹ ਮੇਨਲੀ ਕਿ ਇਸ ਨੂੰ ਕਨਫਿਗਰ ਕਰਨਾ ਬਹੁਤ ਜ਼ਿਆਦਾ ਡਿਫੀਕਲਟ ਹੈ। ਨੈਕਸਟ ਜਿਹੜੀ ਸਾਡੇ ਕੋਲ ਟਪੋਲੋਜੀ ਹੋ ਰਹੀ ਹੈ ਉਹ ਹੈਗੀ ਮੈਸ਼ ਟਪੋਲੋਜੀ, ਮੈਸ਼ ਨੈਟਵਰਕ। ਇਹ ਜਿਹੜਾ ਵਾਈਡ ਏਰੀਆ ਨੈਟਵਰਕ ਦੇ ਵਿੱਚ ਮੈਸ਼ ਨੈਟਵਰਕ ਯੂਜ਼ ਹੋ ਰਿਹਾ। ਮੈਸ਼ ਨੈਟਵਰਕ ਦੇ ਵਿੱਚ ਹਰ ਇੱਕ ਕੰਪਿਊਟਰ ਇੱਕ ਦੂਜੇ ਨਾਲ ਕਿਸੇ ਨਾ ਕਿਸੇ ਤਰੀਕੇ ਰਾਹੀਂ ਜੁੜਿਆ ਹੋਏਗਾ। ਇਹ ਸਾਡੇ ਕੋਲ ਆ ਗਿਆ ਫੁੱਲ ਮੈਸ਼ ਟਪੋਲੋਜੀ। ਈਚ ਨੋਡ ਔਰ ਵਰਕ ਸਟੇਸ਼ਨ ਔਰ ਅਦਰ ਡਿਵਾਈਸਿਸ is connected directly to each other of the directly to each of the others. Then जी next ਸਾਡੇ ਕੋਲੇ ਆ ਗਿਆ protocol. protocol ਕੀ ਹੋ ਗਿਆ? set of rules is called a protocol. ਜਿਹੜੇ ਰੂਲਸ ਨੇ ਕਿ ਨੈਟਵਰਕ ਨੇ, ਇੱਕ ਕੰਪਿਊਟਰ ਨੇ ਨੈਟਵਰਕ ਦੇ ਉੱਤੇ ਇੱਕ ਦੂਜੇ ਨਾਲ ਕਮਿਊਨੀਕੇਟ ਕਿਵੇਂ ਕਰਨਾ, ਰੂਲ ਬਣਾਏ ਹੋਏ ਨੇ, ਉਹਨਾਂ ਨੂੰ ਅਸੀਂ ਪ੍ਰੋਟੋਕੋਲ ਕਹਿ ਦਿੰਦੇ ਹੈਗੇ ਆ। ਕੰਪਿਊਟਰ ਨੈਟਵਰਕਿੰਗ ਦੇ ਵਿੱਚ ਹਰ ਇੱਕ ਚੀਜ਼ ਪ੍ਰੋਟੋਕੋਲ ਦੇ ਨਾਲ ਹੀ ਚੱਲਦੀ ਹੈ। ਜਿੱਦਾਂ ਕਿ ਸਾਡੇ ਕੋਲ ਫਿਜ਼ੀਕਲ ਸੈਟਅਪ ਕਿੱਦਾਂ ਦਾ ਹੋਏਗਾ, ਇਹਦੇ ਲਈ ਵੀ ਇੱਕ ਪ੍ਰੋਟੋਕੋਲ ਹੈ। ਉਸ ਤੋਂ ਬਾਅਦ ਬਿਟਸ ਕਿੱਦਾਂ ਟਰਾਂਸਮਿਟ ਹੋਣਗੀਆਂ ਮੀਡੀਆ ਦੇ ਉੱਤੇ, ਇਹਦੇ ਲਈ ਵੀ ਸਾਡੇ ਕੋਲ ਇੱਕ ਪ੍ਰੋਟੋਕੋਲ ਹੈਗਾ। ਯੂਨੀਫਾਰਮ ਰਿਸੋਰਸ
ਲੋਕੇਟਰ ਵੈਰੀ ਇੰਪੋਰਟੈਂਟ एग्जाम ਦੇ ਵਿੱਚ ਬਹੁਤ ਵਾਰੀ ਇਹ ਕੁਐਸਚਨ ਪੁੱਟ ਕੀਤਾ ਗਿਆ ਕਿ URL ਦੀ ਫੁੱਲ ਫਾਰਮ ਕੀ ਹੁੰਦੀ ਹੈ ਯੂਨੀਫਾਰਮ ਰਿਸੋਰਸ ਲੋਕੇਟਰ ਕਹਿੰਦੇ ਕਿਹਨੂੰ ਨੇ ਜਦੋਂ ਅਸੀਂ ਇੰਟਰਨੈਟ ਸਰਫ ਕਰਨ ਦੇ ਲਈ ਵੈਬਸਾਈਟ ਦਾ ਐਡਰੈਸ ਦਿੰਦੇ ਹਾਂ ਇਹ ਪੂਰੀ ਪੂਰੀ ਵੈਬਸਾਈਟ ਦੇ ਐਡਰੈਸ ਨੂੰ ਅਸੀਂ URL ਕਹਿ ਦਿੰਦੇ ਹਾਂ ਯੂਨੀਫਾਰਮ ਰਿਸੋਰਸ ਲੋਕੇਟਰ ਨੈਕਸਟ ਪ੍ਰੋਟੋਕੋਲ ਜਿਹੜਾ ਹੈਗਾ ਸਾਡੇ ਕੋਲੇ FTP ਫਾਈਲ ਟਰਾਂਸਫਰ ਪ੍ਰੋਟੋਕੋਲ ਕਿ ਇੱਕ ਕੰਪਿਊਟਰ ਨੇ ਦੂਜੇ ਕੰਪਿਊਟਰ ਦੇ ਵਿੱਚ ਜਿਹੜੀਆਂ ਫਾਈਲਾਂ ਭੇਜਣੀਆਂ ਨੇ ਉਹ ਕਿਹੜੇ ਨਿਯਮਾਂ ਦੇ ਤਹਿਤ ਭੇਜਣੀਆਂ ਨੇ ਕਿਵੇਂ ਭੇਜਣੀਆਂ ਨੇ ਦਾ ਸਟੈਂਡਰਡ ਇੰਟਰਨੈਟ ਪ੍ਰੋਟੋਕੋਲ ਕਿ ਐਕਸਚੇਂਜ ਫਾਈਲਸ ਬਿਟਵੀਨ ਕੰਪਿਊਟਰਸ ਦੋ ਕੰਪਿਊਟਰਾਂ ਦੇ ਵਿਚਕਾਰ ਫਾਈਲਾਂ ਨੇ ਕਿਵੇਂ ਐਕਸਚੇਂਜ ਹੋਣਾ ਆਦਾਨ ਪ੍ਰਦਾਨ ਕਿਵੇਂ ਹੋਣਾ ਉਹਨਾਂ ਦਾ ਉਹ ਇਸ ਪ੍ਰੋਟੋਕੋਲ ਦੇ ਤਹਿਤ ਹੋਣਾ ਹੈਗਾ ਨੈਕਸਟ ਪ੍ਰੋਟੋਕੋਲ ਸਾਡੇ ਕੋਲ ਹੈਗਾ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਇਹ ਜ਼ਿਆਦਾਤਰ ਜਿਹੜਾ ਵਰਤਿਆ ਜਾਂਦਾ WWW ਯਾਨੀ ਕਿ ਵਰਲਡ ਵਾਈਡ ਵੈਬ ਦੇ ਵਿੱਚ ਵਰਤਿਆ ਜਾਂਦਾ ਕਿ ਇਹਦਾ ਮੇਨ ਕੰਮ ਕੀ ਆ ਡੀਲਸ ਦਾ ਮੈਸੇਜ ਫਾਰਮੈਟ ਜਿਹੜਾ ਅਸੀਂ ਮੈਸੇਜ ਭੇਜਣਾ ਉਹਦਾ ਫਾਰਮੈਟ ਕੀ ਹੋਣਾ ਉਹ ਸਾਡੇ ਕੋਲੇ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਦੇ ਵਿੱਚ ਡਿਫਾਈਨਡ ਹੈਗਾ ਇਹਦੀ ਉਦਾਹਰਣ ਦੇ ਲਈ ਜਦੋਂ ਅਸੀਂ URL ਜਿਹੜਾ ਅਸੀਂ ਦੇਖਿਆ ਹੈਗਾ ਉਹਦੇ ਵਿੱਚ ਜਿਹੜੀ ਸਟਾਰਟਿੰਗ ਹੋਏਗੀ ਉਹ HTTP ਤੋਂ ਹੋਏਗੀ ਤੇ HTTP ਦਾ ਮਤਲਬ ਹੀ ਇੱਥੇ ਇਹ ਹੈਗਾ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਨੈਕਸਟ ਸਾਡੇ ਕੋਲੇ ਪ੍ਰਾਈਵੇਟ ਨੈਟਵਰਕ ਆ ਗਿਆ ਜਿਹੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਚੱਲ ਰਿਹਾ ਸਿਰਫ ਆਰਗੇਨਾਈਜੇਸ਼ਨ ਦੇ ਲਈ ਉਹਨੂੰ ਅਸੀਂ ਪ੍ਰਾਈਵੇਟ ਨੈਟਵਰਕ ਕਹਿ ਦਿੰਦੇ ਹਾਂ ਉਹਨੂੰ ਪਬਲਿਕਲੀ ਜਾਂ ਪਬਲਿਕ ਉਹਨੂੰ ਯੂਜ਼ ਨਹੀਂ ਕਰ ਸਕਦੀ ਨੈਕਸਟ ਜੀ ਚੈਨਲ ਕੀ ਹੁੰਦੇ ਨੇ ਕਮਿਊਨੀਕੇਸ਼ਨ ਚੈਨਲ ਜਦੋਂ ਅਸੀਂ ਕੋਈ ਮੈਸੇਜ ਭੇਜਣਾ ਹੁੰਦਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਤਾਂ ਪਹਿਲਾਂ ਉਸ ਨੂੰ ਅਸੀਂ ਕਨਵਰਟ ਕਰਦੇ ਹਾਂ ਇਲੈਕਟ੍ਰੋਮੈਗਨੈਟਿਕ ਔਰ ਇਲੈਕਟ੍ਰੀਕਲ ਐਨਰਜੀ ਦੇ ਵਿਚਕਾਰ ਤੇ ਫਿਰ ਅਸੀਂ ਉਸ ਨੂੰ ਸੈਂਡ ਕਰਦੇ ਹਾਂ ਦੈਨ ਦਿਸ ਪਾਸ ਥਰੂ ਦਾ ਕਮਿਊਨੀਕੇਸ਼ਨ ਚੈਨਲ ਇਹ ਜਿਹੜਾ ਚੈਨਲ ਹੈਗਾ ਇਹ ਇਲੈਕਟ੍ਰਿਕ ਵਾਇਰ ਵੀ ਹੋ ਸਕਦੀਆਂ ਨੇ ਇਲੈਕਟ੍ਰੋਮੈਗਨੈਟਿਕ ਬੀਮ ਵੀ ਹੋ ਸਕਦੀ ਹੈ ਤਾਂ ਜਿਹੜਾ ਇੱਕ ਵਧੀਆ ਚੈਨਲ ਦੇ ਕਰੈਕਟਰਿਸਟਿਕਸ ਕੀ ਹੋਣਗੇ ਉਹ ਹੋਣਗੇ ਕਿ ਡਿਲੀਵਰ ਦਾ ਮੈਕਸਿਮਮ ਅਮਾਊਂਟ ਆਫ ਇਲੈਕਟ੍ਰੋਮੈਗਨੈਟਿਕ ਐਨਰਜੀ ਫਰੋਮ ਟਰਾਂਸਮਿਟਰ ਟੂ ਰਿਸੀਵਰ ਜਿਹੜਾ ਟਰਾਂਸਮਿਟਰ ਤੇ ਰਿਸੀਵਰ ਆ ਉਹਦੇ ਵਿੱਚ ਮੈਕਸਿਮਮ ਜਿਹੜੀ ਐਨਰਜੀ ਹੈਗੀ ਆ ਅਸੀਂ ਉਸ ਨੂੰ ਭੇਜਣਾ ਹੈਗਾ ਡਾਟਾ ਚੈਨਲ ਕੈਪੈਸਿਟੀ ਕਿ ਕਿੰਨਾ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਹੋਇਆ ਉਹਦੇ ਯੂਨਿਟ ਕੀ ਨੇ ਉਹ ਯੂਨਿਟ ਹੋਣਗੇ ਜੀ ਬਿਟਸ ਪਰ ਸੈਕਿੰਡ ਔਰ KBPS ਕਿਲੋ ਬਿਟਸ ਪਰ ਸੈਕਿੰਡ ਜਾਂ MBPS ਮੈਗਾਬਿਟਸ ਪਰ ਸੈਕਿੰਡ ਨੈਕਸਟ ਆ ਗਿਆ ਸਾਡੇ ਕੋਲੇ ਬਾਉਂਡ ਜਿਹੜਾ ਹੈਗਾ ਯੂਨਿਟ ਆਫ ਮੇਜਰਿੰਗ ਡਾਟਾ ਟਰਾਂਸਮਿਸ਼ਨ ਸਪੀਡ ਇੱਕ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿੰਨੀ ਸਪੀਡ ਨਾਲ ਟਰਾਂਸਫਰ ਹੋਇਆ ਉਸ ਨੂੰ ਅਸੀਂ ਬਾਉਂਡ ਕਹਿੰਦੇ ਹਾਂ ਬਾਉਂਡ ਆਇਡੈਂਟੀਕਲ ਟੂ ਬਿਟਸ ਪਰ ਸੈਕਿੰਡ ਇੱਕ ਸੈਕਿੰਡ ਦੇ ਵਿੱਚ ਕਿੰਨੀਆਂ ਬਿਟਸ ਟਰਾਂਸਫਰ ਹੋਈਆਂ ਉਹ ਇੱਕ ਸਪੀਡ ਹੋ ਗਈ ਡਾਟਾ ਨੂੰ ਟਰਾਂਸਫਰ ਕਰਨ ਨੈਕਸਟ ਹੈ ਜੀ ਬੈਂਡਵਿਡਥ is the width of range of frequencies that an electronic signal used to given transmission medium ਕਿ frequency ਹੈ ਉਹਦੀ width ਹੈ ਜਿਹੜੀਆਂ ਕਿ ਯੂਜ਼ ਕੀਤੀਆਂ ਜਾਂਦੀਆਂ ਨੇ ਡਾਟਾ ਨੂੰ ਭੇਜਣ ਦੇ ਲਈ ਇਹਦੇ ਵਿੱਚ ਜ਼ਿਆਦਾ ਬੈਂਡਵਿਡਥ ਹੋਏਗੀ ਜ਼ਿਆਦਾ ਟਰਾਂਸਮਿਸ਼ਨ ਹੋਏਗੀ ਇਹਨੂੰ ਅਸੀਂ ਕਿੱਦਾਂ ਐਕਸਪ੍ਰੈਸ ਕਰਦੇ ਹਾਂ ਕਿਲੋ ਬਿਟਸ ਪਰ ਸੈਕਿੰਡ ਦੇ ਵਿੱਚ ਬੈਂਡਵਿਡਥ ਨੂੰ ਅਸੀਂ ਹੋਰ ਵੀ ਕਹਿੰਦੇ ਹਾਂ ਡਾਟਾ ਟਰਾਂਸਫਰ ਰੇਟ ਕੀ ਚੀਜ਼ ਹੈ ਦੈਟ ਇਜ਼ ਕਾਲਡ ਦਾ ਬੈਂਡਵਿਡਥ ਸੋ ਦਿਸ ਇਜ਼ ਦਾ ਚੈਪਟਰ ਨੰਬਰ 6